Dear student, welcome to the class of physics. Today we will discuss about the magnetic properties of different material. I have made many slides to make your work easy. ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕੋਗੇ ਤਾਂ ਤੁਹਾਡੀਆਂ ਜਿਹੜੀਆਂ ਆਈਜ਼ ਹੈ ਉਹ ਟੀਵੀ ਸਕਰੀਨ ਤੇ ਰਹਿਣਗੀਆਂ। मैं नाल नाल विचों तुहानू डिस्कस करता रहांगा। सो आई होप वी ऑल विल मेक दिस लेसन वेरी इजी। सो कीप वॉच योर टीवी एंड योर आई शुड बी ऑन दिस टीवी screen. Okay, let us start. Now let us know about the bar magnet. A bar magnet is the rectangular piece of an object made up of iron, steel or any other ferromagnetic substance or ferromagnetic composite that shows the permanent magnetic properties. It has two poles. One is north pole and another one is the south pole. As we know, ਜਿਵੇਂ ਕਿ ਸਾਨੂੰ ਪਤਾ ਹੈ ਕਿ ਇੱਕ ਜੋ ਬਾਰ ਹੁੰਦੀ ਹੈ ਉਹਦੇ ਦੋ ਐਂਡ ਹੋਣਗੇ। ਇਸੇ ਤਰ੍ਹਾਂ ਹੀ ਇਹਦਾ ਨਾਮ ਬਾਰ ਤਾਂ ਹੀ ਰੱਖਿਆ ਗਿਆ ਕਿ ਦੋ ਐਂਡ ਹੈ, ਉਹਨਾਂ ਵਿੱਚੋਂ ਇੱਕ ਐਂਡ ਹੈ ਜਿਹੜਾ ਇੱਕ ਪੋਲ ਹੈ ਜਿਹੜਾ ਉਸ ਨੂੰ ਅਸੀਂ ਨਾਰਥ ਪੋਲ ਕਵਾਂਗੇ ਤੇ ਜਿਹੜਾ ਦੂਸਰਾ ਪੋਲ ਹੈ ਉਸ ਨੂੰ ਅਸੀਂ ਸਾਊਥ ਪੋਲ ਕਵਾਂਗੇ। ਸੱਚ ਦੈਟ ਵੈਨ ਸਸਪੈਂਡਡ ਫ੍ਰੀਲੀ, ਜਦੋਂ ਉਹਨਾਂ ਨੂੰ ਆਪਾਂ ਉਸ ਮੈਗਨੇਟ ਨੂੰ ਉਸ ਬਾਰ ਨੂੰ ਅਸੀਂ ਫ੍ਰੀਲੀ ਸਸਪੈਂਡ ਕਰਾਂਗੇ ਯਾਨੀ ਕਿ ਲਟਕਾਵਾਂਗੇ, the magnet aligns itself so that the northern pole points towards the magnetic north pole of the earth. So ਜਿਹੜਾ ਅਰਥ ਹੈ ਅਸੀਂ ਸਾਰੇ ਜਾਣਦੇ ਹਾਂ ਜੀਓਗ੍ਰਾਫਿਕਲੀ ਅਰਥ ਵੀ ਦੇ ਵੀ ਨਾਰਥ ਤੇ ਸਾਊਥ ਪੋਲ ਹੈਗੇ ਹੈ, ਤਾਂ ਨਾਰਥਨ ਪੋਲ ਪੁਆਇੰਟਸ ਟੁਵਰਡਸ ਦਾ ਮੈਗਨੈਟਿਕ ਨਾਰਥ ਪੋਲ ਆਫ ਦਾ ਅਰਥ। ਜਿਹੜਾ ਅਰਥ ਜਦੋਂ ਬਿਹੇਵ ਕਰ ਰਹੀ ਆਪਾਂ ਸਾਰੇ ਜਾਣਦੇ ਹਾਂ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਅਗਰ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ ਤਾਂ ਉਹਦਾ ਵੀ ਇੱਕ ਨਾਰਥ ਤੇ ਸਾਊਥ ਪੋਲ ਹੋਊਗਾ। ਤਾਂ ਜਿਹੜਾ ਨਾਰਦਰਨ ਪੋਲ ਹੈ ਮੈਗਨੇਟ ਦਾ ਉਹ ਅਰਥ ਦੇ ਜੋ ਮੈਗਨੈਟਿਕ ਤੌਰ ਤੇ ਬਿਹੇਵ ਕਰਦੀ ਪਈ ਹੈ ਉਹਦੇ ਨਾਰਥ ਪੋਲ ਵੱਲ ਹੀ ਸਸਪੈਂਡ ਕਰੂਗਾ ਹਮੇਸ਼ਾ, ਤੇ ਜਿਹੜਾ ਸਾਊਥ ਹੈ ਉਹ ਸਾਊਥ ਪੋਲ ਵਾਲੇ ਪਾਸੇ ਸਸਪੈਂਡ ਕਰੂਗਾ। Now on the screen here is the diagram of bar magnet. See here is one rectangular shape bar magnet ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਾਇਲਟ ਕਲਰ ਹੈ ਜਿਹੜਾ ਜਾਮਨੀ ਕਲਰ ਹੈ ਉਸ ਦੇ ਉੱਪਰ ਇੱਕ ਸਾਈਡ ਤੇ N ਲਿਖਿਆ ਹੋਇਆ ਹੈ ਤੇ ਜਿਹੜਾ ਸਕਾਈ ਬਲੂ ਕਲਰ ਹੈਗਾ ਉਹਦੇ ਉੱਪਰ S ਪਾਇਆ ਹੋਇਆ ਹੈ। ਮਤਲਬ ਇੱਕ ਬਾਰ ਮੈਗਨੇਟ ਹੈ, ਰੈਕਟੈਂਗੂਲਰ ਸ਼ੇਪ ਹੈ, ਉਹਦਾ ਇੱਕ ਐਂਡ ਜਿਹੜਾ ਸ਼ੋ ਕਰ ਰਿਹਾ ਨਾਰਥ ਪੋਲ ਐਂਡ ਅਦਰ ਐਂਡ ਹੈ ਜਿਹੜਾ ਉਹ ਸਾਊਥ ਪੋਲ ਸ਼ੋ ਕਰ। Now you understand what is bar magnet. ਹੁਣ ਅਸੀਂ ਬਾਰ ਮੈਗਨੇਟ ਦੀ ਕੁਝ ਪ੍ਰੋਪਰਟੀਜ਼ ਹੈ ਉਹਨਾਂ ਬਾਰੇ ਪੜਾਂਗੇ, ਕਿਉਂਕਿ ਮੈਗਨੈਟਿਕ ਪ੍ਰੋਪਰਟੀ ਆਫ ਮਟੀਰੀਅਲ ਜਾਣਨ ਤੋਂ ਪਹਿਲੇ ਸਾਨੂੰ ਮੈਗਨੇਟ ਦੀ ਪ੍ਰੋਪਰਟੀਜ਼ ਬਾਰੇ, ਬਾਰ ਮੈਗਨੇਟ ਔਰ ਯੂ ਕੈਨ ਸੇ ਓਨਲੀ ਮੈਗਨੇਟ, ਉਸ ਦੀ ਪ੍ਰੋਪਰਟੀ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਨਾਓ here is the properties of bar magnetic. Now dear student, now we will know about the property of bar magnet. ਸਾਡਾ ਜੋ ਅੱਜ ਦਾ ਟੌਪਿਕ ਹੈ ਉਹ ਹੈ ਮੈਗਨੈਟਿਕ ਪ੍ਰੋਪਰਟੀ ਆਫ ਮਟੀਰੀਅਲ। ਇਹ ਕੁਝ ਫੈਕਟਸ ਹੈ ਜਿਹੜੇ ਉਸ ਟੌਪਿਕ ਨੂੰ ਕਲੀਅਰ ਕਰਨ ਦੇ ਲਈ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਸੋ ਅਸੀਂ ਹੁਣ ਤੱਕ ਬਾਰ ਮੈਗਨੇਟ ਦੇ ਬਾਰੇ ਪੜ੍ਹਿਆ, ਲੇਕਿਨ ਹੁਣ ਅਸੀਂ ਜੋ ਪੜ੍ਹਨ ਜਾ ਰਹੇ ਹਾਂ ਉਸ ਦੀਆਂ ਪ੍ਰੋਪਰਟੀਜ਼ ਬਾਰੇ, ਪ੍ਰੋਪਰਟੀਜ਼ ਆਫ ਬਾਰ ਮੈਗਨੇਟ। A bar magnet has the properties similar to any permanent magnet. ਸੋ ਅਸੀਂ ਇਸ ਬਾਰ ਮੈਗਨੇਟ ਨੂੰ ਦੂਸਰਾ ਨਾਮ ਜਿਹੜਾ ਉਹ ਪਰਮਾਨੈਂਟ ਮੈਗਨੇਟ ਦਾ ਦੇ ਸਕਦੇ ਹਾਂ। ਮਤਲਬ ਜੋ ਹਮੇਸ਼ਾ ਇੱਕ ਮੈਗਨੇਟ ਦੀ ਤਰ੍ਹਾਂ ਹੀ ਰਹੇਗਾ, ਉਹਦੇ ਵਿੱਚ ਮੈਗਨੇਟ ਦੀ ਪ੍ਰੋਪਰਟੀਜ਼ ਰਹਿਣਗੀਆਂ ਹੀ ਰਹਿਣਗੀਆਂ। ਉਸ ਮੈਗਨੇਟ ਨੂੰ ਅਸੀਂ
ਪਰਮਾਨੈਂਟ ਮੈਗਨੇਟ ਕਹਿ ਦਿੰਦੇ ਹਾਂ। ਮੈਂ ਥੋੜ੍ਹਾ ਜਿਹਾ ਇੱਥੇ ਤੁਹਾਨੂੰ ਕਲੀਅਰ ਕਰਦਾ। ਆਪਣੇ ਘਰਾਂ ਦੇ ਵਿੱਚ ਡੋਰ ਬੈਲ ਲੱਗੀ ਹੁੰਦੀ ਹੈ, ਆਪਾਂ ਉਹਨੂੰ ਜਿੰਨੀ ਦੇਰ ਪ੍ਰੈਸ ਕਰਦੇ ਹਾਂ ਉਨੀ ਦੇਰ ਤੱਕ ਉਹ ਰਿੰਗ ਕਰਦੀ ਹੈ। ਜਦੋਂ ਅਸੀਂ ਉਹਨੂੰ ਛੱਡ ਦਿੰਦੇ ਹਾਂ ਤਾਂ ਉਹ ਰਿੰਗ ਕਰਨਾ ਬੰਦ ਕਰ ਦਿੰਦੀ ਹੈ। ਤਾਂ ਉਸ ਵਕਤ ਕੀ ਹੁੰਦਾ, ਉਹਦੇ ਵਿੱਚ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦੀ ਹੈ, ਮਤਲਬ ਇੱਕ ਮੈਗਨੇਟ ਬਣਦਾ। ਜਦੋਂ ਸਵਿਚ ਔਨ ਕਰਦੇ ਹਾਂ ਤਾਂ ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ, ਲੇਕਿਨ ਜਦੋਂ ਹੀ ਅਸੀਂ ਸਵਿਚ ਆਫ ਕਰ ਦਿੰਦੇ ਹਾਂ, ਸਵਿਚ ਤੋਂ ਹੱਥ ਚੱਕ ਦਿੰਦੇ ਹਾਂ, ਤਾਂ ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਨਾ ਬੰਦ ਕਰ ਦਿੰਦਾ। ਇਹ ਛੋਟੀਆਂ ਕਲਾਸਾਂ 'ਚ ਤੁਸੀਂ ਬਿਜਲੀ ਦੀ ਘੰਟੀ ਬਾਰੇ ਪੜ੍ਹਿਆ ਹੋਏਗਾ। ਤਾਂ ਉਸ ਵਕਤ ਜਿਹੜਾ ਉਹ ਮੈਗਨੇਟ ਬਣ ਰਿਹਾ ਹੈ ਉਹ ਟੈਂਪਰੇਰੀ ਮੈਗਨੇਟ ਹੈ, ਮਤਲਬ ਕੁਝ ਸਮਾਂ ਉਹਦੇ 'ਚ ਮੈਗਨੈਟਿਕ ਪ੍ਰੋਪਰਟੀਜ਼ ਰਹਿੰਦੀਆਂ, ਫਿਰ ਉਹਦੇ ਵਿੱਚ ਖਤਮ ਹੋ ਜਾਂਦੀਆਂ। ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਪਰਮਾਨੈਂਟ ਮੈਗਨੇਟ ਇੱਥੇ ਕਿਉਂ ਲਿਖਿਆ। ਇਹ ਅਜਿਹਾ ਮੈਗਨੇਟ ਹੈ ਕਿ ਇਸ ਦੇ ਅਸੀਂ ਜਿੰਨੇ ਮਰਜ਼ੀ ਟੁਕੜੇ ਕਰੀ ਜਾਈਏ, ਕੁਛ ਕਰੀ ਜਾਈਏ, ਇਹਦੀਆਂ ਜਿਹੜੀਆਂ ਮੈਗਨੈਟਿਕ ਪ੍ਰੋਪਰਟੀਜ਼ ਹੈ ਉਹ ਐਜ਼ ਇਟ ਇਜ਼ ਰਹਿਣਗੀਆਂ, ਮਤਲਬ ਬਿਹੇਵ ਐਜ਼ ਅ ਪਰਮਾਨੈਂਟ ਮੈਗਨੇਟ ਕਰੇਗਾ। ਸੋ ਬਾਰ ਮੈਗਨੇਟ ਦੀ ਜਿਹੜੀ ਮੇਨ ਗੱਲ ਹੈ ਕਿ ਇਹ ਪਰਮਾਨੈਂਟ ਮੈਗਨੇਟ ਦਾ ਨਾਮ ਹੀ ਇਸ ਨੂੰ ਦਿੱਤਾ ਜਾ ਸਕਦਾ ਹੈ। ਇਟ ਹੈਜ਼ ਅ ਨਾਰਥ ਪੋਲ ਐਂਡ ਅ ਸਾਊਥ ਪੋਲ। ਇਹ ਨੀਚੇ ਡਾਇਗਰਾਮ ਵੀ ਦਿੱਤੀ ਹੈ, ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ। ਈਵਨ ਇਫ ਯੂ ਬ੍ਰੇਕ ਅ ਬਾਰ ਮੈਗਨੇਟ ਫਰੋਮ ਦਾ ਮਿਡਲ, ਮਤਲਬ ਜਿੱਥੇ ਰੈੱਡ ਤੇ ਸਮਝ ਲਓ ਬਲੈਕ ਕਲਰ ਸ਼ੋ ਹੋ ਰਿਹਾ, ਜਿੱਥੇ ਦੋਨਾਂ ਦੀਆਂ ਬਾਉਂਡਰੀਜ਼ ਹੈਗੀਆਂ, ਅਗਰ ਆਪਾਂ ਇੱਥੇ ਇਹਨੂੰ ਤੋੜ ਵੀ ਦਿੰਦੇ ਹਾਂ ਤਾਂ ਫਿਰ ਵੀ ਇਹਦੇ ਜਿਹੜੇ ਦੋਨੋਂ ਐਂਡ ਹੈ ਉਹ ਅਲੱਗ ਨਹੀਂ ਕੀਤੇ ਜਾ ਸਕਦੇ। ਮਤਲਬ ਇਹ ਨਹੀਂਗਾ ਵੀ ਸਾਊਥ ਪੋਲ ਅਲੱਗ ਹੋ ਜਾਏਗਾ, ਨਾਰਥ ਪੋਲ ਅਲੱਗ ਹੋ ਜਾਏਗਾ। ਤਾਂ ਹੋਏਗਾ ਕਿ ਜਦੋਂ ਹੀ ਇਸ ਨੂੰ ਅਸੀਂ ਤੋੜਾਂਗੇ, ਇਸ ਦਾ ਜਿਹੜਾ ਐਨ ਸਾਈਡ ਅਸੀਂ ਇੱਕ ਰਹਿ ਜਾਏਗੀ, ਜਿੱਥੋਂ ਅਸੀਂ ਤੋੜਿਆ ਉੱਥੇ ਇਹਦਾ ਸਾਊਥ ਪੋਲ ਆ ਜਾਏਗਾ ਨਾਲ ਦੀ ਨਾਲ, ਤੇ ਜਿਹੜਾ ਬਲੈਕ ਪਾਰਟ ਜਿੱਥੋਂ ਅਸੀਂ ਤੋੜਿਆ ਹੋਊਗਾ ਉੱਥੇ ਨਾਲ ਦੀ ਨਾਲ ਨਾਰਥ ਪੋਲ ਹੋ ਜਾਏਗਾ। ਮਤਲਬ ਜਿੰਨੇ ਮਰਜ਼ੀ ਟੁਕੜੇ ਕਰੀ ਚੱਲੋ, ਇਹ ਹਮੇਸ਼ਾ ਹੀ ਨਾਰਥ ਸਾਊਥ ਇਕੱਠੇ ਰਹਿਣਗੇ, ਇਹ ਕਦੇ ਵੀ ਅਲੱਗ ਨਹੀਂ ਕੀਤੇ ਜਾ ਸਕਦੇ। ਇਹ ਪ੍ਰੋਪਰਟੀ ਬਾਰ ਮੈਗਨੇਟ ਦੀ ਸਭ ਤੋਂ ਵੱਡੀ ਪ੍ਰੋਪਰਟੀ ਹੈ। ਓਕੇ, ਵੀ ਸ਼ੁੱਡ ਨੋ ਅਬਾਊਟ ਦਾ ਮੈਗਨੈਟਿਕ ਫੀਲਡ। ਮੈਗਨੈਟਿਕ ਪ੍ਰੋਪਰਟੀਜ਼ ਆਫ ਮਟੀਰੀਅਲ ਦੇ ਨਾਲ ਸਭ ਤੋਂ ਮੇਨ ਜ਼ਰੂਰੀ ਗੱਲ ਹੈ ਜਿਹੜੀ, ਉਹ ਸਾਨੂੰ ਨਾਲ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਗਨੈਟਿਕ ਫੀਲਡ ਕੀ ਹੁੰਦੀ ਹੈ। ਤਾਂ ਬੱਚਿਓ, ਮੈਗਨੈਟਿਕ ਫੀਲਡ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਟੀਵੀ ਸਕਰੀਨ ਤੇ ਇੱਕ ਸਲਾਈਡ ਦੇ ਵਿੱਚ ਮੈਂ ਸ਼ੋ ਕੀਤਾ ਹੈ। The magnetic field is an imaginary line of force around a magnet which enables other ferromagnetic material to get repelled or attracted towards it। ਮਤਲਬ ਸਪਸ਼ਟ ਹੈ ਕਿ ਮੈਗਨੈਟਿਕ ਫੀਲਡ ਹੈ ਜਿਹੜੀ, ਉਹ ਇੱਕ ਇਮੈਜਨਰੀ ਲਾਈਨਸ ਹੈ ਜਿਹੜੀਆਂ ਥੱਲੇ ਡਾਇਗਰਾਮ ਵਿੱਚ ਵੀ ਤੁਹਾਨੂੰ ਸ਼ੋ ਹੋ ਰਹੀਆਂ। ਤਾਂ ਉਹ ਸਭ ਤੋਂ ਜਿਹੜਾ ਮੇਨ ਕੰਮ ਹੈ, ਇਹ ਕਿਸੇ ਵੀ ਫੈਰੋਮੈਗਨੈਟਿਕ ਮਟੀਰੀਅਲ ਨੂੰ, ਮਤਲਬ ਜਿਹੜਾ ਮਟੀਰੀਅਲ ਜਾਂ ਤਾਂ ਮੈਗਨੇਟ ਨੂੰ ਅਟਰੈਕਟ ਕਰਦਾ ਜਾਂ ਉਹਨੂੰ ਰਿਪੈਲ ਕਰਦਾ, ਤਾਂ ਇੱਕ ਫੋਰਸ ਉਹਦੇ 'ਤੇ ਅਪਲਾਈ ਹੁੰਦੀ ਹੈ। ਫੋਰਸ ਆਫ ਲਾਈਨ ਆਫ ਫੋਰਸ ਹੈਗੀ ਇਹ, ਜਿਹੜੀ ਉਸ ਫੈਰੋਮੈਗਨੈਟਿਕਸ ਮਟੀਰੀਅਲ ਨੂੰ ਆਪਣੇ ਵੱਲ ਜਾਂ ਤਾਂ ਅਟਰੈਕਟ ਕਰਦੀ ਹੈ ਜਾਂ ਆਪਣੇ ਤੋਂ ਦੂਰ ਉਹਨੂੰ ਰਿਪੈਲਡ ਕਰਦੀ ਹੈ। ਸੋ ਦ ਮੈਗਨੈਟਿਕ ਫੀਲਡ ਲਾਈਨਸ ਆਰ ਫਾਰਮਡ ਡਿਊ ਟੂ ਵੇਰੀਅਸ ਰੀਜ਼ਨ। ਲਾਈਕ, ਕਾਰਨ ਕੀ ਹੈ ਇਹਨਾਂ ਦਾ? ਇੱਕ ਤਾਂ ਹੈਗਾ, ਆਪਾਂ ਸਾਰੇ ਜਾਣਦੇ ਹਾਂ, ਜੋ ਵੀ ਮਟੀਰੀਅਲਸ ਹੈਗੇ ਉਹਨਾਂ ਦੇ ਵਿੱਚ ਇਲੈਕਟ੍ਰੋਨਸ ਹੋਣਗੇ, ਤਾਂ ਉਹਨਾਂ ਦੀ ਮੂਵਮੈਂਟ ਆਰਬਿਟਲ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਕਰਦੇ ਆ। ਦੈਨ ਕਰੰਟ ਫਲੋਇੰਗ ਇਨ ਅ ਕੰਡਕਟਰ। ਨਾਓ ਦ ਪ੍ਰੋਪਰਟੀਜ਼ ਆਫ ਮੈਗਨੈਟਿਕ ਫੀਲਡ ਲਾਈਨ। ਨੰਬਰ 1, the magnetic field lines by convention enter through the south pole and comes out of the north pole। मतलब ਇਹ magnetic lines ਦੀ ਜਿਹੜੀ direction ਹੈ ਉਹ north to south pole ਹੋਵੇਗੀ। And second one is the magnetic field lines are stronger near the poles of the magnet। मतलब ਜਿਹੜਾ ਮੈਗਨੇਟ ਹੈ ਉਹਦੇ ਦੋ ਪੋਲ ਹੈ, north ਤੇ south, ਤੇ ਜਿਹੜੀ ਇਹਨਾਂ ਦੀ ਸਟਰੈਂਥ ਹੈ ਸਭ ਤੋਂ ਵੱਧ ਉਹ ਇਹਨਾਂ ਦੇ ਪੋਲ ਦੇ ਨੀਅਰ ਹੋਊਗੀ। ਮਤਲਬ ਪੋਲ ਜਿਹੜਾ ਸਾਊਥ ਤੇ ਨਾਰਥ ਹੈ ਉਹਨਾਂ ਦੇ ਨਜ਼ਦੀਕ। ਦੇਰ ਇਜ਼ ਨੋ ਚਾਂਸ ਆਫ ਮੈਗਨੈਟਿਕ ਫੀਲਡ ਲਾਈਨਸ ਇੰਟਰਸੈਕਟਿੰਗ ਵਿਦ ਅਦਰਸ। ਮਤਲਬ ਹਰ ਲਾਈਨ ਦਾ, ਮੈਗਨੈਟਿਕ ਫੀਲਡ ਲਾਈਨਸ ਦਾ ਆਪਣਾ ਆਪਣਾ ਜਿਹੜਾ ਪਾਥ ਹੋਏਗਾ, ਉਹ ਇੱਕ ਦੂਜੇ ਨੂੰ ਇੰਟਰਸੈਕਟ ਨਹੀਂ ਕਰਨਗੀਆਂ, ਮਤਲਬ ਕੱਟ ਨਹੀਂ ਸਕਣਗੀਆਂ ਇੱਕ ਦੂਜੇ ਨੂੰ। ਤੇ ਲਾਸਟ ਦੇ ਵਿੱਚ ਹੈਗਾ ਕਿ ਜਿੰਨੀਆਂ ਜ਼ਿਆਦਾ ਇਹ ਕਲੋਜ਼ ਹੋਣਗੀਆਂ ਇੱਕ ਦੂਜੇ ਦੇ,
ਉਨੀ ਹੀ ਜ਼ਿਆਦਾ ਸਟਰੈਂਥ ਹੋਏਗੀ ਮੈਗਨੇਟ ਦੀ। ਮਤਲਬ ਮੈਗਨੇਟ ਦੀ ਸਟਰੈਂਥ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਇਹਨਾਂ ਦੀ ਕੰਸਨਟ੍ਰੇਸ਼ਨ ਕਿੰਨੀ ਕੁ ਹੈ, ਵੀ ਕਿੰਨੀਆਂ ਕੁ ਕਲੋਜ਼ ਹੈਗੀਆਂ ਇਹ। ਓਕੇ, ਇਟਸ ਆਲ ਅਬਾਊਟ ਦਾ ਮੈਗਨੈਟਿਕ field lines property. Now some other properties of the magnet. The magnetic force of it is the strongest at the pole. ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਜਿਹੜੇ magnetic force ਆ pole ਦੇ ਉੱਪਰ maximum ਹੋਏਗਾ। If this magnet is suspended freely in air, ਵੀ ਜਦੋਂ ਵੀ ਅਸੀਂ ਮੈਗਨੇਟ ਨੂੰ 에ਅਰ ਦੇ ਵਿੱਚ freely suspend ਕਰਾਂਗੇ ਤਾਂ ਜਦੋਂ ਇਹ ਰੈਸਟ ਦੇ ਵਿੱਚ ਆਏਗਾ ਤਾਂ ਹਮੇਸ਼ਾ ਤੇ ਹਮੇਸ਼ਾ ਇਹ ਨਾਰਥ ਸਾਊਥ ਦੀ ਪੋਜੀਸ਼ਨ ਦੇ ਵਿੱਚ ਆਪਣੇ ਆਪ ਨੂੰ ਸਟੇਬਲ ਕਰੇਗਾ। ਇਸੇ ਤਰ੍ਹਾਂ ਹੀ ਜੇ ਦੋ ਬਾਰ ਮੈਗਨੇਟ, ਮਤਲਬ ਦੋ ਬਾਰ ਮੈਗਨੇਟ ਆਪਾਂ ਇੱਕ ਦੂਜੇ ਦੇ ਕੋਲੇ ਲੈ ਕੇ ਆਵਾਂਗੇ ਤਾਂ ਅਗਰ ਉਹਨਾਂ ਦੇ ਅਨਲਾਈਕ ਪੋਲ ਹੈ, ਮਤਲਬ ਅਗਰ ਇੱਕ ਪੋਲ ਨਾਰਥ ਹੈ ਇੱਕ ਪੋਲ ਸਾਊਥ ਹੈ, ਇਹਨਾਂ ਦੋਵਾਂ ਨੂੰ ਨਾਰਥ ਤੇ ਸਾਊਥ ਨੂੰ ਅਸੀਂ ਦੋ ਮੈਗਨੇਟ ਦੇ ਕੋਲੇ ਲੈ ਕੇ ਆਵਾਂਗੇ ਇੱਕ ਦੂਜੇ ਦੇ, ਤਾਂ ਦੋਨੋਂ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਲੇਕਿਨ ਅਗਰ ਲਾਈਕ ਪੋਲ ਮਤਲਬ ਨਾਰਥ ਨੂੰ ਨਾਰਥ ਕੋਲੇ ਲੈ ਕੇ ਆਵਾਂਗੇ, ਇੱਕ ਮੈਗਨੇਟ ਦਾ ਨਾਰਥ ਦੂਜੇ ਦਾ ਵੀ ਨਾਰਥ, ਤਾਂ ਐਵੇਂ ਇੱਕ ਦਾ ਸਾਊਥ ਦੂਜੇ ਦਾ ਵੀ ਸਾਊਥ, ਇਹ ਆਪਸ 'ਚ ਇੱਕ ਦੂਜੇ ਨੂੰ ਰਿਪੈਲ ਕਰਨਗੇ। ਤਾਂ ਜਿੰਨੇ ਵੀ ਬਾਰ ਮੈਗਨੇਟ ਹੈਗੇ ਜਾਂ ਮੈਗਨੇਟ ਹੈਗੇ ਆ ਉਹ ਫੈਰੋ ਮੈਗਨੈਟਿਕ ਮਟੀਰੀਅਲ ਨੂੰ ਆਪਣੇ ਵੱਲ ਅਟਰੈਕਟ ਕਰਨਗੇ, ਜਿਨ੍ਹਾਂ ਵਿੱਚ ਆਇਰਨ ਹੈ, ਨਿਕਲ ਹੈ, ਕੋਬਾਲਟ ਹੈ, ਇਹਨਾਂ ਨੂੰ ਅਟਰੈਕਟ ਕਰੇਗਾ ਫੈਰੋ ਮੈਗਨੈਟਿਕ ਮਟੀਰੀਅਲ ਨੂੰ। ਇੱਕ ਇਹਨਾਂ ਦੀ ਇਹ ਪ੍ਰੋਪਰਟੀ ਹੈ। ਓਕੇ, ਨਾਓ ਯੂ ਸ਼ੁੱਡ ਨੋ ਅਬਾਊਟ ਦਾ pole strength. What is pole strength? As we know, there are two poles, one is north pole and another one is the south pole. And how do you will define the pole strength? Pole strength is defined as the strength of a magnetic pole so as to attract the magnetic materials towards itself. Pole strength is a scalar quantity. मतलब पोल ਦੀ स्ट्रेंथ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ ਕਿ स्ट्रेंथ ਹੈ ਇਹ ਮੈਗਨੈਟਿਕ ਪੋਲ ਕਿੰਨੂੰ ਕਿ ਅਟਰੈਕਟ ਕਿੰਨਾ ਕਰਦਾ ਹੋ, ਵੀ ਉਹਦੀ स्ट्रेंथ ਕਿੰਨੀ ਕੁ ਹੈ ਉਸ ਪੋਲ ਦੀ ਕਿ ਉਹ ਆਪਣੇ ਵੱਲ ਨੂੰ ਜਿਹੜੇ ਮੈਗਨੈਟਿਕ ਮਟੀਰੀਅਲ ਹੈ ਜਿਵੇਂ ਲੋਹਾ ਹੈ, ਨਿਕਲ, ਆਇਰਨ ਹੈ, ਵੀ ਉਹਨਾਂ ਨੂੰ ਅਟਰੈਕਟ ਕਰਦਾ। ਤੇ ਇਹ ਇੱਕ ਸਕੇਲਰ ਕੁਆਂਟੀਟੀ ਹੋਊਗੀ। ਸਕੇਲਰ ਕੁਆਂਟੀਟੀ ਤੁਸੀਂ ਛੋਟੀਆਂ +1 ਦੇ ਵਿੱਚ ਪੜ੍ਹ ਚੁੱਕੇ ਹੋ ਕਿ ਇਸ ਤਰ੍ਹਾਂ ਦੀਆਂ ਕੁਆਂਟੀਟੀਜ਼, ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦੀ ਕੋਈ ਨਾ ਕੋਈ ਮੈਗਨੀਚਿਊਡ ਹੁੰਦਾ ਬਟ ਡਾਇਰੈਕਸ਼ਨ ਨਹੀਂ ਹੁੰਦੀ। ਸੋ ਦ ਫਾਰਮੂਲਾ ਫਾਰ ਦ ਪੋਲ ਸਟਰੈਂਥ ਇਜ਼ P is equal to W over I. P is equal to W over I, where P is the strength of the magnetic pole and W is the work done while the moving the magnet around the wire, and I is the electric current in the wire. Okay, and one fact also you should know, that is the magnetic flux density, that is denoted by B. When a substance is subjected to the magnetic field, suppose that magnetic field is denoted by H, then the density of the magnetic field lines that passes through the substance per square meter is known as magnetic flux density. मान लो कोई शीट है, उनका पर स्केयर मीटर आप अगर एरिया ले लिए, उनके विचों उस वक्त किन्नियां मैगनैटिक फील्ड लाइन पास करदियां, नंबर ऑफ लाइनस किन्नियां पास करदियां, वो उस दी मैगनैटिक फ्लक्स डेंसिटी होवेगी। तो मैगनैटिक फील्ड डेंसिटी नूं असीं बी नाल डिनोट करदे हां ते जिहड़ी इहदी यूनिट है दैट इज़ वेबर पर मीटर स्क्वेयर। एंड अनदर फैक्ट you should know about, that is magnetic moments. Motion of electron in atom gives rise to the phenomena called magnetism. Basically two types of motions are associated with the electrons. So electron ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਇਲੈਕਟ੍ਰੋਨ ਕਿਸੇ ਵੀ ਐਲੀਮੈਂਟ ਦੇ ਵਿੱਚ, ਐਟਮ ਦੇ ਵਿੱਚ ਮੂਵ ਕਰਦਾ, ਆਰਬਿਟਸ ਦੇ ਵਿੱਚ ਮੂਵ ਕਰਦਾ, ਤਾਂ ਉਹਦੇ ਨਾਲ ਰਿਲੇਟਡ ਅਸੀਂ ਇਹ ਜਿਹੜਾ ਹੈ ਮੈਗਨੈਟਿਕ ਮੂਵਮੈਂਟ ਦੀ ਗੱਲ ਕਰਾਂਗੇ।
So motion of electron in an orbit with the nucleus, and another one is the spin of electrons around its axis। मतलब एक तो अपनी एक्सिस दे आले दुआले किवें स्पिन करदा है, एक ਜਿਹੜੇ ਨਿਊਕਲੀਅਸ ਦੇ ਆਲੇ ਦੁਆਲੇ ਅਸੀਂ ਸਾਰੇ ਜਾਣਦੇ ਹਾਂ ਆਰਬਿਟਸ ਹੁੰਦੇ ਆ ਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਮੂਵ ਕਰਦੇ ਆ ਇਲੈਕਟ੍ਰੋਨ। ਦ ਸਪਿਨ ਐਂਡ ਦ ਆਰਬਿਟਲ ਮੂਵਮੈਂਟਸ imparts magnetic moment on each electron, forcing them to behave as a tiny magnet। मतलब ये जिहड़ी मैगनैटिक मोमेंट है वो एक दूसरे ते सारे जिहड़े इलैक्ट्रॉन है उनका इंपैक्ट हुंदा है, जिस करके जिहड़े वो सारे दे सारे मटीरियल हैगे है वो जस्ट टाइनी मैगनेट की तरह एक छोटे मैगनेट की तरह बिहेव करते हैं। ਹੁਣ ਆਪਾਂ ਵੱਖ-ਵੱਖ ਮੈਗਨੈਟਿਕ ਮਟੀਰੀਅਲਸ ਦੀ ਪ੍ਰੋਪਰਟੀਜ਼ ਤੇ ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬੇਟੇ ਮਟੀਰੀਅਲ ਉਹ ਮਟੀਰੀਅਲਸ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਵੀ ਅਸੀਂ ਚੁੰਬਕ ਦੀ ਜਾਂ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਰੱਖਦੇ ਹਾਂ ਤਾਂ ਇਹ ਉਹਨਾਂ ਨੂੰ ਜਾਂ ਰਿਪੈਲ ਕਰਨਗੇ ਜਾਂ ਅਟਰੈਕਟ ਕਰਨਗੇ। ਤਾਂ ਇਹਨਾਂ ਨੂੰ ਇਸੇ ਪ੍ਰੋਪਰਟੀ ਦੇ ਬੇਸ ਤੇ ਤਿੰਨ टाइप्स ਦੇ ਵਿੱਚ ਵੰਡਿਆ ਗਿਆ, ਡਾਇਮੈਗਨੈਟਿਕ ਮਟੀਰੀਅਲ, ਪੈਰਾਮੈਗਨੈਟਿਕ ਮਟੀਰੀਅਲ ਤੇ ਫੈਰੋਮੈਗਨੈਟਿਕ ਮਟੀਰੀਅਲਸ ਦੇ ਵਿੱਚ। ਹੁਣ ਆਪਾਂ 1 ਬਾਏ 1 ਤਿੰਨਾਂ ਦੀ ਪ੍ਰੋਪਰਟੀਜ਼ ਹੈ ਜਿਹੜੀਆਂ ਇਹਨਾਂ ਮੈਗਨੈਟਿਕ ਮਟੀਰੀਅਲਸ ਦੀਆਂ ਉਹਨਾਂ ਬਾਰੇ ਡਿਸਕਸ ਕਰਾਂਗੇ ਤੇ ਆਪਾਂ ਦੇਖਦੇ ਹਾਂ ਕਿ ਕੀ ਫਰਕ ਹੈ ਇਹਨਾਂ ਦਾ, ਕਿਉਂ ਮੈਗਨੇਟ ਇਹਨਾਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ ਜਾਂ ਰਿਪੈਲਡ ਕਰਦਾ ਹੈ। ਸਭ ਤੋਂ ਪਹਿਲੇ ਅਗਰ ਆਪਾਂ ਡਾਇਮੈਗਨੈਟਿਕ ਮਟੀਰੀਅਲ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਮੈਗਨੇਟ ਜਿਹੜਾ ਵੀਕਲੀ ਰਿਪੈਲਡ ਕਰਦਾ ਹੈ, ਮਤਲਬ ਮੈਗਨੇਟ ਇਹਨਾਂ ਨੂੰ ਆਪਣੇ ਵੱਲੋਂ ਦੂਰ ਧੱਕ ਦਿੰਦਾ ਹੈ। ਤਾਂ ਪੈਰਾਮੈਗਨੈਟਿਕ ਮਟੀਰੀਅਲ ਜਿਹੜੇ ਇਹ ਵੀਕਲੀ ਮਤਲਬ ਬਹੁਤ ਥੋੜ੍ਹਾ ਜਿਹਾ ਐਂ ਕਹਿ ਲਈਏ ਆਪਾਂ ਅਟਰੈਕਟ ਕਰਦਾ ਮੈਗਨੇਟ ਇਹਨਾਂ ਨੂੰ ਆਪਣੇ ਵੱਲ ਨੂੰ। ਲੇਕਿਨ ਜਿਹੜੇ ਫੈਰੋਮੈਗਨੈਟਿਕ ਮਟੀਰੀਅਲ ਹੈ ਇਹ ਅਜਿਹੇ ਮਟੀਰੀਅਲ ਹੈ ਜਿਨ੍ਹਾਂ ਨੂੰ ਮੈਗਨੇਟ ਆਪਣੇ ਵੱਲ ਸਟਰੋਂਗਲੀ ਅਟਰੈਕਟ ਕਰਦਾ ਹੈ, ਮਤਲਬ ਆਪਣੇ ਵੱਲ ਖਿੱਚ ਲੈਂਦਾ ਹੈ। ਤੁਹਾਨੂੰ ਯਾਦ ਆ ਗਿਆ ਹੋਣਾ ਵੀ ਲੋਹੇ ਨੂੰ ਚੁੰਬਕ ਹੈ ਜਿਹੜਾ ਆਪਣੇ ਵੱਲ ਖਿੱਚ ਲੈਂਦਾ, ਕਾਪਰ ਨੂੰ ਨਹੀਂ ਖਿੱਚਦਾ। ਤਾਂ ਇਹਨਾਂ ਦੀਆਂ ਮੇਨ ਰੀਜ਼ਨ ਕੀ ਹੈ, ਇਸ ਦੇ ਮਗਰ ਕੀ ਕਾਰਨ ਹੈ, ਆਪਾਂ ਇਹ ਦੇਖਾਂਗੇ ਹੁਣ ਅੱਗੇ। ਸਭ ਤੋਂ ਪਹਿਲੇ ਤਾਂ ਹੈਗਾ ਵੀ ਜਦੋਂ ਵੀ ਆਪਾਂ ਇਹਨੂੰ ਕਿਸੇ ਮੈਗਨੈਟਿਕ ਫੀਲਡ 'ਚ ਰੱਖਦੇ ਹਾਂ, ਇੱਥੇ ਬੀ ਹੈ ਜਿਹੜੀ ਉਹ ਕੋਈ ਮੈਗਨੈਟਿਕ ਫੀਲਡ ਨੂੰ ਸ਼ੋ ਕਰਦੀ ਹੈ, ਤਾਂ ਇਹ ਵੀਕਲੀ ਮੈਗਨੇਟਾਈਜ਼ ਇਨ ਆਪੋਜਿਟ ਡਾਇਰੈਕਸ਼ਨ ਆਫ ਦਾ ਮੈਗਨੈਟਿਕ ਫੀਲਡ। ਜਿਵੇਂ ਤੁਸੀਂ ਇਹ ਸਲਾਈਡ ਦੇ ਵਿੱਚ ਦੇਖ ਰਹੇ ਹੋ ਤਾਂ ਵੈਲਿਊ ਹੈ ਜਿਹੜੀ ਫਿਰ ਮਾਈਨਸ ਦੇ ਵਿੱਚ ਹੋਏਗੀ ਕਿਉਂਕਿ ਮੈਗਨੈਟਿਕ ਫੀਲਡ ਦੀ ਆਪੋਜਿਟ ਡਾਇਰੈਕਸ਼ਨ 'ਚ ਹੈ। ਇਵੇਂ ਪੈਰਾਮੈਗਨੈਟਿਕ ਮਟੀਰੀਅਲ ਹੈ ਜਿਹੜੇ ਇਹਨਾਂ ਨੂੰ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਵੀਕਲੀ ਮੈਗਨੇਟਾਈਜ਼ ਹੁੰਦੇ ਆ। ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋਣਗੇ? ਇਹ ਸੇਮ ਡਾਇਰੈਕਸ਼ਨ ਦੇ ਵਿੱਚ ਹੀ, ਜਿਸ ਪਾਸੇ ਨੂੰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੋਏਗੀ। ਸੋ ਸੇਮ ਡਾਇਰੈਕਸ਼ਨ 'ਚ ਹੋਣ ਕਰਕੇ ਇਹ ਪੋਜ਼ਿਟਿਵ ਵੈਲਿਊ ਦੇ ਵਿੱਚ ਸ਼ੋ ਕਰਨਗੇ, ਪੋਜ਼ਿਟਿਵ ਵੈਲਿਊ ਹੋਏਗੀ ਇਹਦੀ, ਸਮਾਲ ਹੋਏਗੀ। ਪਰ ਸਿਮਿਲਰਲੀ ਹੁਣ ਆਪਾਂ ਇਹ ਦੇਖਦੇ ਹਾਂ ਫੈਰੋਮੈਗਨੈਟਿਕ ਮਟੀਰੀਅਲ ਦੀ ਇਹੀ ਪ੍ਰੋਪਰਟੀ, ਸਟਰੋਂਗਲੀ ਮੈਗਨੇਟਾਈਜ਼ ਹੋਣਗੇ ਇਨ ਦਾ ਸੇਮ ਡਾਇਰੈਕਸ਼ਨ ਆਫ ਦਾ ਮੈਗਨੈਟਿਕ ਫੀਲਡ ਵਿਚ ਇਜ਼ ਅਪਲਾਈਡ ਟੂ them, and that is denoted by B here, and value will be very large and that will be in positive. Now diamagnetic materials, ਜਦੋਂ ਅਸੀਂ ਇਹਨਾਂ ਨੂੰ ਮੈਗਨੈਟਿਕ ਲਾਈਨਸ ਦੇ ਵਿੱਚ ਰੱਖਦੇ ਹਾਂ, ਮੈਗਨੈਟਿਕ ਫੀਲਡ ਲਾਈਨ ਦੇ ਵਿੱਚ ਰੱਖਦੇ ਹਾਂ, ਫਿਰ ਦੇਖੋ ਇਹਨਾਂ ਤੇ ਕੀ ਵਾਪਰਦਾ। ਬਲੂ ਸ਼ੇਡ ਦੇ ਵਿੱਚ ਤੁਸੀਂ ਡਾਇਮੈਗਨੈਟਿਕ ਮਟੀਰੀਅਲ ਨੂੰ ਦੇਖ ਰਹੇ ਹੋ। ਇੱਥੇ ਆਪਾਂ ਦੇਖ ਰਹੇ ਹਾਂ ਇਹ ਰਿਪੈਲ ਕਰਦਾ ਜੋ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਸੈਂਟਰ ਦੇ ਵਿੱਚੋਂ ਪਾਸ ਹੀ ਨਹੀਂ ਕਰਨ ਦਿੰਦਾ, ਉਹਨਾਂ ਨੂੰ ਸੈਂਟਰ ਤੋਂ ਦੂਰ ਧੱਕ ਦਿੰਦਾ। ਲੇਕਿਨ ਪੈਰਾਮੈਗਨੈਟਿਕ ਮਟੀਰੀਅਲ ਜਿਹੜੇ ਹੈਗੇ ਆ ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਸੈਂਟਰ ਵੱਲ ਨੂੰ ਅਟਰੈਕਟ ਹੁੰਦੀਆਂ, ਸਾਰੀਆਂ ਨਹੀਂ ਹੁੰਦੀਆਂ, ਵੀਕਲੀ ਅਟਰੈਕਟ ਹੁੰਦੀਆਂ ਸੈਂਟਰ ਵੱਲ ਨੂੰ। ਔਰੇਂਜ ਸ਼ੇਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਲਾਈਡ ਦੇ ਵਿੱਚ। ਤੇ ਥਰਡ ਕੇਸ ਹੈ ਸਾਡਾ ਫੈਰੋਮੈਗਨੈਟਿਕ, ਗ੍ਰੀਨ ਸ਼ੇਡ ਦੇ ਵਿੱਚ ਤੁਸੀਂ ਦੇਖ ਰਹੇ ਹੋ। ਇੱਥੇ ਤੁਸੀਂ ਦੇਖੋਗੇ ਬਹੁਤ ਸਾਰੀਆਂ ਲਾਈਨਸ ਹੈ ਜਿਹੜੀਆਂ ਸੈਂਟਰ ਵੱਲ ਨੂੰ ਅਟਰੈਕਟ ਹੋ ਗਈਆਂ, ਮਤਲਬ ਮੈਗਨੈਟਿਕ ਫੀਲਡ ਲਾਈਨਸ ਹੈ ਜਿਹੜੀਆਂ ਉਹ ਫੈਰੋਮੈਗਨੈਟਿਕ ਮਟੀਰੀਅਲ ਹੈ ਜਿਹੜੇ ਉਹ ਆਪਣੇ ਸੈਂਟਰ ਵੱਲ ਨੂੰ ਉਹਨੂੰ ਅਟਰੈਕਟ ਕਰ ਲੈਂਦੇ ਆ। ਚਲੋ ਹੁਣ ਆਪਾਂ ਦੇਖਦੇ ਹਾਂ ਬੱਚਿਓ ਵੀ ਜਦੋਂ ਆਪਾਂ ਇਹਨਾਂ ਮੈਗਨੈਟਿਕ ਮਟੀਰੀਅਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਮੈਗਨੈਟਿਕ ਫੀਲਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਜਾਂ ਮੈਗਨੈਟਿਕ ਫੀਲਡ ਰਿਮੂਵ ਕਰ ਦਿੱਤੀ ਜਾਂਦੀ ਤਾਂ ਕੀ ਹੁੰਦਾ। ਤਾਂ ਜਿਹੜੇ ਡਾਇਮੈਗਨੈਟਿਕ ਮਟੀਰੀਅਲ ਹੈ ਜਦੋਂ ਵੀ ਇਹਨਾਂ ਨੂੰ
ਮੈਗਨੈਟਿਕ ਫੀਲਡ ਦੇਣੀ ਬੰਦ ਕਰ ਦਿੱਤੀ ਜਾਂਦੀ, ਯਾਨੀ ਕਿ ਮੈਗਨੇਟ ਤੋਂ ਪਾਸੇ ਕਰ ਲਿਆ ਜਾਂਦਾ ਹੈ, ਤੇ ਇਹ ਮੈਗਨੇਟਿਜ਼ਮ ਦੀ ਜਿਹੜੀ ਹੈ ਪ੍ਰੋਪਰਟੀ ਆਪਦੀ ਲੋਸਟ ਕਰ ਜਾਂਦੇ ਆ। ਇਹਦੇ 'ਚ ਮੇਨ ਰੀਜ਼ਨ ਹੈ ਅਨਪੇਅਰਡ ਇਲੈਕਟ੍ਰੋਨ, ਕਿਉਂਕਿ ਇਹਨਾਂ ਵਿੱਚ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਨਹੀਂ ਹੁੰਦਾ। ਜਿਵੇਂ ਸ਼ੈੱਲ ਦੇ ਵਿੱਚ ਆਪਾਂ ਦੇਖਦੇ ਹਾਂ ਨੋਬਲ ਗੈਸਿਸ ਦੇ ਵਿੱਚ ਪੇਅਰਡ ਇਲੈਕਟ੍ਰੋਨ ਹੁੰਦੇ, ਇਹਦੇ 'ਚ ਨਹੀਂ ਹੁੰਦਾ ਕੋਈ ਵੀ। ਇਵੇਂ ਪੈਰਾਮੈਗਨੈਟਿਕ ਜਿਹੜੇ ਮਟੀਰੀਅਲਸ ਹੈਗੇ ਆ, ਜਦੋਂ ਇਹਨਾਂ ਤੋਂ ਮੈਗਨੈਟਿਕ ਫੀਲਡ ਹਟਾਈ ਜਾਂਦੀ, ਐਕਸਟਰਨਲ ਮੈਗਨੈਟਿਕ ਫੀਲਡ ਆਪਾਂ ਹਟਾ ਦਿੰਦੇ ਆ, ਤਾਂ ਇਹ ਵੀ ਜਿਹੜੇ ਹੈਗੇ ਆ ਆਪਣੀ ਮੈਗਨੇਟਿਜ਼ਮ ਦੀ ਪ੍ਰੋਪਰਟੀ ਨੂੰ ਲੂਜ਼ ਕਰ ਜਾਂਦੇ ਆ। ਮਤਲਬ ਇਹ ਕਹਿਣ ਦਾ ਮਤਲਬ ਮੈਗਨੇਟ ਦੀ ਤਰ੍ਹਾਂ ਕੰਮ ਨਹੀਂ ਕਰਦੇ, ਮਤਲਬ ਅਟਰੈਕਟ ਨਹੀਂ ਹੁੰਦੇ ਉਹਦੇ ਵੱਲ। ਤਾਂ ਇਹਦਾ ਰੀਜ਼ਨ ਹੈ ਵੀ ਸਮਾਲ ਥੋੜ੍ਹਾ ਜਿਹਾ ਹੁੰਦੇ ਆ ਇਹ, ਕਿਉਂਕਿ ਇਹਦੇ 'ਚ ਅਨਪੇਅਰਡ ਇਲੈਕਟ੍ਰੋਨ ਹੁੰਦੇ ਆ ਇਹਨਾਂ ਮਟੀਰੀਅਲਸ ਦੇ ਵਿੱਚ, ਜਿਵੇਂ ਵਗੈਰਾ ਹੋ ਗਿਆ। ਪਰ ਜਿਹੜੇ ਫੈਰੋਮੈਗਨੈਟਿਕ ਸਬਸਟੈਂਸਿਸ ਹੈ ਜਾਂ ਮਟੀਰੀਅਲਸ ਹੈਗੇ ਆ, ਇਹਨਾਂ ਦਾ ਮੇਨ ਰੀਜ਼ਨ ਹੈਗਾ ਕਿ ਜਦੋਂ ਵੀ ਅਸੀਂ ਮੈਗਨੈਟਿਕ ਫੀਲਡ ਨੂੰ ਚਾਹੇ ਹਟਾ ਦਈਏ ਤਾਂ ਫਿਰ ਵੀ ਇਹ ਆਪਣੀ ਮੈਗਨੈਟਿਕ ਪ੍ਰੋਪਰਟੀਜ਼ ਨੂੰ ਲੂਜ਼ ਨਹੀਂ ਕਰਦੇ। ਮਤਲਬ ਹਮੇਸ਼ਾ ਇਹ ਪਰਮਾਨੈਂਟ ਮੈਗਨੇਟ ਦੀ ਤਰ੍ਹਾਂ ਹੀ ਕੰਮ ਕਰਦੇ ਆ, ਪਰਮਾਨੈਂਟ ਮੈਗਨੇਟ ਦੀ ਤਰ੍ਹਾਂ ਰਹਿੰਦੇ ਆ ਇਹ, ਤੇ ਪਰਮਾਨੈਂਟ ਮੈਗਨੇਟ ਇਹਨਾਂ ਨੂੰ ਨਾਮ ਦਿੱਤਾ ਗਿਆ ਹੈਗਾ ਫੈਰੋਮੈਗਨੈਟਿਕ ਮਟੀਰੀਅਲਸ ਨੂੰ। ਤਾਂ ਇਹਦਾ ਮੇਨ ਰੀਜ਼ਨ ਹੈਗਾ, ਸਭ ਤੋਂ ਵੱਡਾ ਰੀਜ਼ਨ ਇੱਕੋ ਹੀ ਹੈ ਸਾਰੀਆਂ ਪ੍ਰੋਪਰਟੀਜ਼ ਦੇ ਮਗਰ। ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਇਹਨਾਂ ਦੀ ਸਾਰਿਆਂ ਦੀ ਜਿਹੜੀ ਕਨਫੀਗਰੇਸ਼ਨ ਦੇਖਦੇ ਆ, ਕਿਸੇ 'ਚ ਪੇਅਰਡ ਇਲੈਕਟ੍ਰੋਨ ਹੈ, ਕਿਸੇ 'ਚ ਅਨਪੇਅਰਡ ਇਲੈਕਟ੍ਰੋਨ ਹੈਗੇ ਆ, ਤੇ ਕੁਝ ਮਟੀਰੀਅਲ ਇਹੋ ਜਿਹੇ ਜਿਨ੍ਹਾਂ ਵਿੱਚ ਅਨਪੇਅਰਡ ਇਲੈਕਟ੍ਰੋਨ ਬਹੁਤ ਜ਼ਿਆਦਾ ਹੈ, ਖਾਸ ਕਰਕੇ ਮੈਟਲ ਵਾਲੇ ਸੈਕਸ਼ਨ ਦੇ ਵਿੱਚ ਹੈ, ਸੋਲਿਡ ਦੇ ਵਿੱਚ ਐਗਜ਼ਿਸਟ ਕਰਦੇ ਹੈ। ਸੋ ਡਾਇਆਮੈਗਨੈਟਿਕ ਮਟੀਰੀਅਲ ਹੈ ਜਿਹੜੇ, ਇਹ ਹਮੇਸ਼ਾ ਸੋਲਿਡ, ਲਿਕੁਇਡ ਤੇ ਗੈਸਿਸ ਜਿਹੜੇ ਹੈ ਮੈਟਰ ਦੀ ਫਾਰਮ ਦੇ ਵਿੱਚ ਇਹ ਹੋਣਗੇ, ਮੈਟਰ ਦੀ ਟਾਈਪਸ ਦੇ ਵਿੱਚ ਹੋਣਗੇ। ਫਾਰ ਐਗਜ਼ਾਮਪਲ ਵਾਟਰ ਹੈ, ਕਾਪਰ ਹੈ, ਮਰਕਰੀ ਹੈ, ਗੋਲਡ ਹੈ, ਹਾਈਡਰੋਜਨ, ਆਕਸੀਜਨ। ਕਹਿਣ ਦਾ ਮਤਲਬ ਜਿਨ੍ਹਾਂ ਨੂੰ ਮੈਗਨੇਟ ਆਪਣੇ ਵੱਲ ਨਹੀਂ ਖਿੱਚਦਾ, ਇਹ ਤੁਸੀਂ ਆਮ ਤੌਰ 'ਤੇ ਦੇਖਦੇ, ਪਾਣੀ ਨੂੰ ਨਹੀਂ ਖਿੱਚਦਾ, ਕਾਪਰ ਨੂੰ ਨਹੀਂ ਖਿੱਚੂਗਾ, ਮਰਕਰੀ ਨੂੰ ਨਹੀਂ ਖਿੱਚੂਗਾ, ਗੋਲਡ ਨੂੰ ਨਹੀਂ ਖਿੱਚੂਗਾ। ਇਸੇ ਤਰ੍ਹਾਂ ਜਿਹੜੇ ਪੈਰਾਮੈਗਨੈਟਿਕ ਮਟੀਰੀਅਲ ਹੈ ਉਹ ਵੀ ਸੋਲਿਡ, ਲਿਕੁਇਡ ਤੇ ਗੈਸ ਤਿੰਨਾਂ ਸਟੇਟ ਦੇ ਵਿੱਚ ਐਗਜ਼ਿਸਟ ਕਰਨਗੇ। ਤਾਂ ਉਹਨਾਂ ਦੇ ਵਿੱਚ ਜਿਹੜੀ ਮੇਨਲੀ ਆਪਾਂ ਗੱਲ ਕਹੀ ਸੀ ਕਿ ਅਨਪੇਅਰਡ ਇਲੈਕਟ੍ਰੋਨ ਹੁੰਦੇ ਹੈ, ਘੱਟ ਹੁੰਦੇ ਹੈ ਪਰ ਅਨਪੇਅਰਡ ਇਲੈਕਟ੍ਰੋਨ ਹੁੰਦੇ ਹੈ। ਤਾਂ ਇਹ ਕਿੰਦੇ ਵਿੱਚ ਐਗਜ਼ਿਸਟ ਕਰਨਗੇ, ਕਿਹੜੇ ਮਟੀਰੀਅਲ ਦੀ ਐਗਜ਼ਾਮਪਲਸ ਆਪਾਂ ਲੈ ਸਕਦੇ ਹਾਂ? ਐਲੂਮੀਨੀਅਮ ਹੋ ਸਕਦਾ ਹੈ, ਪਲੈਟੀਨਮ ਹੋ ਸਕਦਾ ਹੈ, ਸੋਡੀਅਮ ਹੈਗਾ, ਕਰਾਊਨ ਗਲਾਸ ਹੈਗੇ ਆ। ਇਹ ਸਾਰੇ ਜਿਹੜੇ ਮਟੀਰੀਅਲਸ ਹੈਗੇ ਆ, ਸਬਸਟੈਂਸਿਸ ਹੈਗੇ ਪੈਰਾਮੈਗਨੈਟਿਕ ਸਬਸਟੈਂਸਿਸ ਦੀਆਂ ਜਾਂ ਮਟੀਰੀਅਲ ਦੀਆਂ ਐਗਜ਼ਾਮਪਲਸ ਹੈਗੀਆਂ। ਅੱਗੇ ਫੈਰੋਮੈਗਨੈਟਿਕ ਮਟੀਰੀਅਲਸ ਹੈ, ਇਹ ਉਹ ਮਟੀਰੀਅਲ ਹੈਗੇ ਆ ਜਿਹੜੇ ਸਿਰਫ ਤੇ ਸਿਰਫ ਸੋਲਿਡ ਸਟੇਟ ਦੇ ਵਿੱਚ ਐਗਜ਼ਿਸਟ ਕਰਨਗੇ। ਫੈਰੋਮੈਗਨੈਟਿਕ ਮਟੀਰੀਅਲ ਓਨਲੀ ਸੋਲਿਡ ਹੀ ਹੋਣਗੇ ਇਹ। ਤਾਂ ਅਗਰ ਇਹਨਾਂ ਨੂੰ ਅਸੀਂ ਪੀਰੀਓਡਿਕ ਟੇਬਲ 'ਚ ਦੇਖੀਏ ਤਾਂ ਜਿਹੜੀਆਂ ਆਇਰਨ ਹੈ, ਨਿਕਲ ਹੈ, ਕੋਬਾਲਟ ਹੈ, ਇਹ ਐਗਜ਼ਿਸਟ ਕਰਦੇ ਆ ਐਜ਼ ਏ ਫੈਰੋਮੈਗਨੈਟਿਕ ਮਟੀਰੀਅਲ। ਤਾਂ ਸਭ ਤੋਂ ਮੇਨ ਰੀਜ਼ਨ ਇੱਕੋ ਹੀ ਹੈ, ਅਨਪੇਅਰਡ ਇਲੈਕਟ੍ਰੋਨ, ਪੇਅਰਡ ਔਰ ਅਨਪੇਅਰਡ ਇਲੈਕਟ੍ਰੋਨ। ਸੋ ਸਭ ਤੋਂ ਜ਼ਿਆਦਾ ਅਨਪੇਅਰਡ ਇਲੈਕਟ੍ਰੋਨ ਹੈ ਜਿਹੜੇ ਉਹ ਆਇਰਨ ਦੇ ਵਿੱਚ, ਕੋਬਾਲਟ ਦੇ ਵਿੱਚ ਤੇ ਨਿਕਲ ਦੇ ਵਿੱਚ ਹੁੰਦੇ ਆ। ਸੋ ਇਹ ਸੀਗਾ ਆਪਣਾ ਟੌਪਿਕ ਅੱਜ ਦਾ।
इस दे नाल ही अपना अज दा जिहड़ी क्लास है वो खत्म हुंदी है। लेकिन तुहाडी रिवीजन दे लई तुहाडी स्क्रीन दे उपर इस टॉपिक नाल रिलेटेड क्वेश्चनस आंसर है, तुसीं उन्हां नूं जरूर देखो ते अपनी कॉपीज दे विच नोट करो। सो थैंक यू वेरी मच, कीप वाचिंग ऑनलाइन क्लासेस। थैंक यू। मैं गुरलाल सिंह, लेक्चरर फिजिक्स, गवर्नमेंट गर्ल्स सीनियर सेकेंडरी स्कूल, अबुल खुराना, डिस्ट्रिक्ट श्री मुक्तसर साहिब।